ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਕੇ ਮੌਤ ਦੇ ਘਾਟ ਉਤਾਰਿਆ। ਪਹਿਲਾਂ ਵੀ ਵਿਸ਼ਵ 'ਚ ਕਈ ਮਹਾਮਾਰੀਆਂ ਆਈਆਂ ਨੇ, ਪਰ ਕਦੇ ਵੀ ਆਰਥਿਕ ਤੌਰ ਤੇ ਇੰਨਾ ਘਾਟਾ ਅਤੇ ਨਾ ਹੀ ਲੋਕਡਾਊਨ ਦੀ ਸਥਿਤੀ ਪੈਦਾ ਹੋਈ ਸੀ। ਪਰ ਅੱਜ ਲੋਕਡਾਊਨ ਲਾਉਣ ਤੋਂ ਬਾਅਦ ਵੀ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਥਿਤੀ ਪਹਿਲਾਂ ਨਾਲੋਂ ਭਿਆਨਕ ਹੁੰਦੀ ਨਜ਼ਰ ਆ ਰਹੀ ਹੈ। ਆਖਰਕਾਰ ਇਸ ਵਾਇਰਸ ਪਿੱਛੇ ਕੀ ਰਾਜ ਹੈ? ਇਹ ਵਾਇਰਸ ਕਿੱਥੋਂ ਆਇਆ ਹੈ? ਕਿ ਇਹ ਵਾਇਰਸ ਕਿਸੇ ਮਨੁੱਖ ਦੇ ਦੁਆਰਾ ਤਾਂ ਨਹੀਂ ਬਣਾਇਆ ਗਿਆ? ਇਹ ਏਜੰਡਾ 21 ਦਾ ਜਾਂ ਫਿਰ ਡੀਪੋਪੂਲੇਸ਼ਨ ਦਾ ਹਿੱਸਾ ਤਾਂ ਨਹੀਂ? ਹਰ ਰੋਜ਼ ਕੋਰੋਨਾ ਵਾਇਰਸ ਨੂੰ ਲੈ ਕੇ ਮਨ 'ਚ ਨਵੇਂ ਸਵਾਲ ਖੜੇ ਹੁੰਦੇ ਨੇ। ਆਖਰਕਾਰ ਇੰਨਾ ਲੰਮਾ ਸਮਾਂ ਹੋ ਗਿਆ ਹੈ, ਹਜੇ ਤੱਕ ਇਸ ਦਾ ਤੋੜ ਕਿਉਂ ਨਹੀਂ ਲੱਭਿਆ ਗਿਆ? ਕਿਉਂ ਨਹੀਂ ਇਸ ਦੀ ਵੈਕਸੀਨ ਆਈ? ਵਿਸ਼ਵ ਦੇ ਸਭ ਤੋਂ ਮਾਹਿਰ ਅਤੇ ਸ਼ਕਤੀਸ਼ਾਲੀ ਦੇਸ਼ਾਂ ਨੇ ਵੀ ਇਸ ਵਾਇਰਸ ਦੇ ਅੱਗੇ ਹੱਥ ਖੜੇ ਕਰ ਦਿੱਤੇ ਨੇ। ਕਿ ਸਰਕਾਰਾਂ ਵੱਲੋਂ ਚੁੱਕੇ ਗਏ ਕਦਮ ਲੋਕਡਾਊਨ ਇਸ ਵਾਇਰਸ ਨੂੰ ਖਤਮ ਕਰਨ ਲਈ ਕਾਫੀ ਹੈ? ਕਿ ਤੁਹਾਡੇ ਮਨ 'ਚ ਇਹ ਸਵਾਲ ਖੜਾ ਨਹੀਂ ਹੁੰਦਾ ਕਿ ਆਖਰਕਾਰ ਇਹ ਵਾਇਰਸ ਕਿੱਥੋਂ ਆਇਆ ਹੈ? ਕੀ ਰਾਜ ਹੈ ਇਸ ਦੇ ਪਿੱਛੇ? ਕਿ ਇਸ ਵਾਇਰਸ ਦੇ ਪਿੱਛੇ ਕਿਸੇ ਦੀ ਕੋਈ ਚਾਲ ਤਾਂ ਨਹੀਂ? ਅੱਜ ਇਸ ਖਬਰ ਦੇ ਵਿੱਚ ਅਜਿਹਾ ਸੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਹ ਵਾਇਰਸ ਮੈਨ ਮੇਡ ਹੈ ਤੇ ਵਾਇਰਸ ਏਜੰਡਾ 21 ਹੋ ਸਕਦਾ ਹੈ ਤੇ ਇਸ ਦਾ ਸੰਬੰਧ ਡੀਪੋਪੂਲੇਸ਼ਨ ਨਾਲ ਹੋ ਸਕਦਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਖਰਕਾਰ ਇਹ ਡੀਪੋਪੂਲੇਸ਼ਨ ਅਤੇ ਏਜੰਡਾ 21 ਦਾ ਕੀ ਮਤਲਬ ਹੈ। ਤੁਹਾਨੂੰ ਦੱਸ ਦਈਏ ਕਿ ਡੀਪੋਪੂਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੂੰ ਖਤਮ ਕਰਨਾ, ਲੋਕਾਂ ਨੂੰ ਘਟਾਉਣਾ ਜਾਂ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਜਨਸੰਖਿਆ ਨੂੰ ਘੱਟ ਕਰਨਾ। ਕਿਉਂਕਿ ਵੱਡੇ ਤਨਾਟ ਲੋਕਾਂ ਨੇ ਡੀਪੋਪੂਲੇਸ਼ਨ ਦੀ ਗੱਲ ਕਹੀ ਹੈ। ਜੇਕਰ ਏਜੰਡਾ 21 ਦੀ ਗੱਲ ਕਰੀਏ ਤਾਂ ਏਜੰਡਾ 21 ਦਾ ਮਕਸਦ ਸੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਘਟਾਉਣਾ, ਜਨਸੰਖਿਆ ਨੂੰ ਖਤਮ ਕਰਨਾ। ਇਸ ਦੌਰਾਨ ਜੋ ਅੱਜ ਵਿਸ਼ਵ ਦੇ ਵਿੱਚ ਮੌਜੂਦਾ ਹਾਲਾਤ ਕੋਰੋਨਾ ਵਾਇਰਸ ਕਰਕੇ ਬਣੇ ਹੋਏ ਨੇ, ਉਹ ਕਿਤੇ ਨਾ ਕਿਤੇ ਇਸ ਡੀਪੋਪੂਲੇਸ਼ਨ ਅਤੇ ਏਜੰਡਾ 21 ਦੀ ਉਪਜ ਲੱਗਦੀ ਹੈ। ਏਜੰਡਾ 21 ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਡੇ ਤਨਾਟ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਇਸ ਦੁਨੀਆ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਲੋਕ ਮੌਜੂਦ ਨੇ, ਜਿਨ੍ਹਾਂ ਦੀ ਵਜ੍ਹਾ ਨਾਲ ਆਕਸੀਜਨ, ਪਾਣੀ, ਪੈਟਰੋਲ ਦੀ ਦੁਰਵਰਤੋਂ ਹੋ ਰਹੀ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਗਲੋਬਲ ਵਾਰਮਿੰਗ ਵਰਗੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਬਿਲ ਗੇਟਸ ਵੀ ਇੱਕ ਹੈ। ਆਖਰਕਾਰ ਸਵਾਲ ਖੜਾ ਇਹ ਹੁੰਦਾ ਹੈ ਕਿ ਏਜੰਡਾ 21 ਦੇ ਵਿੱਚ ਲੋਕਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਸੀ। ਆਖਰਕਾਰ ਕਿਹੜੇ ਲੋਕਾਂ ਦੀ? ਗਰੀਬ ਜਾਂ ਅਮੀਰ? ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਗਰੀਬ ਲੋਕਾਂ ਨੂੰ ਹੀ ਖਤਮ ਕਰਨ ਦੀ ਗੱਲ ਕਹੀ ਗਈ ਸੀ। ਇਹ ਲੋਕ ਕੌਣ ਨੇ ਜੋ ਗਰੀਬਾਂ ਨੂੰ ਖਤਮ ਕਰਨ ਦੀ ਗੱਲ ਕਹਿ ਗਏ ਨੇ? ਜੋ ਇੰਟਰਨੈਸ਼ਨਲ ਪੋਲਿਟਿਕਸ ਨੇ, ਜੋ ਇਸ ਸਿਸਟਮ ਤੇ ਲੀਡ ਤੇ ਕੰਮ ਕਰ ਰਹੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟੈਡ ਟਰਨਰ ਦੀ, ਜੋ ਕਿ ਮਲਟੀ ਬਿਲੀਅਨ ਅਮਰੀਕਨ ਬਿਜ਼ਨਸਮੈਨ ਹੈ, ਜੋ ਕਿ CNN ਦੇ ਫਾਊਂਡਰ ਵੀ ਰਹਿ ਚੁੱਕੇ ਨੇ। ਇਹਨਾਂ ਨੇ ਇੱਕ ਇੰਟਰਵਿਊ ਵਿੱਚ ਬਿਆਨ ਦਿੱਤਾ ਸੀ ਕਿ ਦੁਨੀਆ ਤੇ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਗਲੋਬਲ ਵਾਰਮਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਪੋਪੂਲੇਸ਼ਨ ਨੂੰ ਘੱਟ ਕਰਕੇ ਸਟੈਬਲਾਈਜ਼ ਕੀਤਾ ਜਾ ਸਕਦਾ ਹੈ। ਆਖਰਕਾਰ ਇੱਥੇ ਕੋਰੋਨਾ ਵਾਇਰਸ ਦੀ ਗੱਲ ਤਾਂ ਨਹੀਂ ਹੋ ਰਹੀ। ਅਗਲੇ ਸ਼ਖਸ ਦੀ ਜੇਕਰ ਗੱਲ ਕਰੀਏ ਤਾਂ ਡੇਵਿਡ ਰੋਕਫੀਲਰ, ਜਿਸ ਨੂੰ ਤੁਸੀਂ ਜਾਣਦੇ ਹੋਵੋਗੇ। ਇਹਨਾਂ ਨੇ ਇਹ ਗੱਲ ਕਹੀ ਸੀ ਕਿ ਯੂਨਾਈਟਿਡ ਨੇਸ਼ਨ ਦੁਨੀਆ ਦੀ ਪੋਪੂਲੇਸ਼ਨ ਨੂੰ ਸਟੈਬਲਾਈਜ਼ ਕਰਨ ਵਿੱਚ, ਮਤਲਬ ਕਿ ਘੱਟ ਕਰਨ ਵਿੱਚ ਬਹੁਤ ਜ਼ਰੂਰੀ ਰੋਲ ਅਦਾ ਕਰ ਸਕਦਾ ਹੈ, ਜੋ ਕਿ ਉਸ ਨੂੰ ਕਰਨਾ ਵੀ ਚਾਹੀਦਾ ਹੈ। ਇਸ ਦੇ ਨਾਲ ਹੀ ਡਾਕਟਰ ਰੀਮਾ ਲੇਬੋ ਦੀ ਗੱਲ ਕਰੀਏ ਤਾਂ ਇਹ ਨੈਸ਼ਨਲ ਸੋਲਿਊਸ਼ਨ ਫਾਊਂਡੇਸ਼ਨ ਦੀ ਮੈਡੀਕਲ ਡਾਇਰੈਕਟਰ ਹੈ। ਇਹਨਾਂ ਨੇ ਸਪੀਚ 'ਚ ਕਿਹਾ ਸੀ ਕਿ ਅਸੀਂ 2002 'ਚ ਐਡਵਾਂਸ ਮੈਡੀਕਲ ਪ੍ਰੈਕਟਿਸ ਕਰ ਰਹੇ ਸੀ, ਜਿੱਥੇ ਇੱਕ ਹਾਈ ਪ੍ਰੋਫਾਈਲ ਲੋਕ ਆਇਆ ਕਰਦੇ ਸਨ ਤੇ ਆਪਣਾ ਟ੍ਰੀਟਮੈਂਟ ਕਰਵਾਉਂਦੇ ਸਨ, ਜਿੱਥੇ ਉਹਨਾਂ ਦੀ ਮੁਲਾਕਾਤ ਇੱਕ ਲੇਡੀ ਨਾਲ ਹੋਈ, ਲੇਕਿਨ ਉਸ ਦੇ ਨਾਮ ਦਾ ਜ਼ਿਕਰ ਉਹਨਾਂ ਨੇ ਨਹੀਂ ਕੀਤਾ। ਉਸ ਵੇਲੇ ਉਹ ਲੇਡੀ ਜਿਸ ਦੀ ਡਾਕਟਰ ਰੀਮਾ ਗੱਲ ਕਰ ਰਹੇ ਸਨ, ਉਹ ਉਸ ਵੇਲੇ ਦੀ ਹੈਡ ਆਫ ਸਟੇਟ ਸੀ, ਜਿਸ ਵਿੱਚ ਉਸ ਲੇਡੀ ਨੇ ਇਹ ਕਿਹਾ ਸੀ ਕਿ ਹੁਣ ਵਕਤ ਆ ਗਿਆ ਹੈ ਕਿ ਯੂਜ਼ਲੈਸ ਗਰੀਬਾਂ ਨੂੰ ਖਤਮ ਕਰੀਏ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਟੋਟਲ ਪੋਪੂਲੇਸ਼ਨ ਵਿੱਚੋਂ ਸਿਰਫ ਸਾਨੂੰ 5 ਤੋਂ 10% ਲੋਕਾਂ ਦੀ ਲੋੜ ਹੈ ਜੋ ਸਾਡੇ ਕੰਮ ਆ ਸਕਦੇ ਨੇ। ਇਸ ਦੇ ਨਾਲ ਹੀ ਅੱਜ ਦੇ ਜੋ ਮੌਜੂਦਾ ਹਾਲਾਤ ਕੋਰੋਨਾ ਵਾਇਰਸ ਕਰਕੇ ਚੱਲ ਰਹੇ ਨੇ, ਕਿਤੇ ਨਾ ਕਿਤੇ ਇਹਨਾਂ ਦੇ ਬਿਆਨਾਂ ਦੇ ਨਾਲ ਮੇਲ ਖਾਂਦੇ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਰਿਕ ਓਲਡਮੈਨ, ਜੋ ਕਿ ਕੈਲੀਫੋਰਨੀਆ ਪਬਲਿਕ ਰਿਲੇਸ਼ਨ ਸਟੈਬਲਾਈਜੇਸ਼ਨ ਦੇ ਡਾਇਰੈਕਟਰ ਨੇ, ਇਹਨਾਂ ਨੇ ਟੀਵੀ ਇੰਟਰਵਿਊ ਵਿੱਚ ਇਹ ਕਿਹਾ ਸੀ ਕਿ ਜੀਵਨ ਦੇ ਤਰੀਕੇ ਬਿਹਤਰ ਕਰਨ ਲਈ ਪੋਪੂਲੇਸ਼ਨ ਨੂੰ ਘੱਟ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਹੈਨਰੀ ਕਿਸਿੰਗਰ, ਅਮਰੀਕਾ ਸਟੇਟਮੈਨ ਤੇ ਪੋਲੀਟੀਸ਼ੀਅਨ, ਅਮਰੀਕਾ ਦੇ ਸੈਕਟਰੀ ਆਫ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਹਿ ਚੁੱਕੇ ਨੇ। ਇਹਨਾਂ ਨੇ 1994 ਵਿੱਚ ਕਿਹਾ ਸੀ ਕਿ ਸਾਨੂੰ ਜ਼ਰੂਰਤ ਹੈ ਕਿ ਫੋਰਨ ਪਾਲਿਸੀਜ਼ ਦੇ ਜ਼ਰੀਏ ਥਰਡ ਵਰਲਡ ਕੰਟਰੀਜ਼ 'ਚ ਡੀਪੋਪੂਲੇਸ਼ਨ ਲੈ ਕੇ ਆਈਏ, ਉੱਥੋਂ ਦੀ ਪੋਪੂਲੇਸ਼ਨ ਘੱਟ ਕਰੀਏ ਤਾਂ ਜੋ ਉਹਨਾਂ ਦੇ ਰਿਸੋਰਸ ਅਸੀਂ ਯੂਜ਼ ਕਰ ਸਕੀਏ। ਤੁਹਾਨੂੰ ਦੱਸ ਦਈਏ ਕਿ ਥਰਡ ਵਰਲਡ ਕੰਟਰੀਜ਼ ਉਹ ਹੁੰਦੀਆਂ ਨੇ ਜੋ ਡਿਵੈਲਪ ਨਾ ਹੋਈਆਂ ਹੋਣ,
ਜਾਂ ਫਿਰ ਡਿਵੈਲਪ ਹੋ ਰਹੀਆਂ ਹੋਣ। ਡੀਪੋਪੂਲੇਸ਼ਨ ਨੂੰ ਲੈ ਕੇ ਬੋਲਣਾ ਤਾਂ ਬਹੁਤ ਆਸਾਨ ਹੈ, ਪਰ ਇਸ ਨੂੰ ਲੈ ਕੇ ਕਿੱਦਾਂ ਆਉਣਾ ਹੈ? ਇਹਨਾਂ ਤਨਾਟ ਲੋਕਾਂ ਕੋਲ ਹਥਿਆਰ ਹੈ ਹੈਲਥ ਕੇਅਰ ਪਲੱਸ ਏਜੰਡਾ 21। ਜੇਕਰ ਇਹਨਾਂ ਦੋਨਾਂ ਦਾ ਨਾਮ ਇਕੱਠਾ ਲਿਆ ਜਾਏ ਤਾਂ ਸਭ ਤੋਂ ਪਹਿਲਾ ਨਾਮ ਹੁੰਦਾ ਹੈ ਬਿਲ ਗੇਟਸ ਦਾ। ਇਸ ਗੱਲ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਿਫ ਹੋਵੋਗੇ ਕਿ ਸਾਲ 2011 ਚ ਬਿਲ ਗੇਟਸ ਨੇ ਇੰਡੀਆ 'ਚ ਇੱਕ ਪੋਲੀਓ ਵੈਕਸੀਨ ਕੈਂਪੇਨ ਚਲਾਈ ਸੀ, ਜਿਸ ਨਾਲ ਤਕਰੀਬਨ 47,000 ਬੱਚੇ ਅਪਾਹਜ ਹੋ ਗਏ ਸੀ ਤੇ ਜਿਸ ਦੇ ਨਾਲ ਕਈਆਂ ਦੀ ਮੌਤ ਵੀ ਹੋਈ ਸੀ। ਇਸ ਦੇ ਨਾਲ ਹੀ ਬਿਲ ਗੇਟਸ ਤੇ ਇਹ ਐਲੀਗੇਸ਼ਨ ਲਗਾਇਆ ਗਿਆ ਸੀ ਕਿ ਇਸ ਪ੍ਰੋਗਰਾਮ ਦੌਰਾਨ 30,000 ਬੱਚਿਆਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਡਰੱਗ ਟੈਸਟਿੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਬਿਲ ਗੇਟਸ ਨੇ ਟੈਡ ਟਾਕ ਵਿੱਚ ਸਪੀਚ ਬੋਲਦੇ ਹੋਏ ਉਹਨਾਂ ਗਲੋਬਲ ਵਾਰਮਿੰਗ ਦਾ ਜ਼ਿੰਮੇਵਾਰ ਸਾਨੂੰ ਆਮ ਇਨਸਾਨਾਂ ਨੂੰ ਠਹਿਰਾਇਆ ਸੀ। ਇਹ ਗੱਲ ਕਹੀ ਸੀ ਕਿ ਦੁਨੀਆ ਵਿੱਚੋਂ ਇਨਸਾਨਾਂ ਨੂੰ ਹੀ ਖਤਮ ਕਰਨ ਦੀ ਲੋੜ ਹੈ ਤਾਂ ਜੋ ਕਾਰਬਨ ਡਾਈਆਕਸਾਈਡ ਦੇ ਐਮਿਸ਼ਨ ਨੂੰ ਰੋਕਿਆ ਜਾ ਸਕੇ। ਤੇ ਇਸ ਦੇ ਨਾਲ ਇਹ ਵੀ ਗੱਲ ਕਹੀ ਸੀ ਕਿ ਜਲਦ ਤੋਂ ਜਲਦ ਸਾਨੂੰ ਅਲੱਗ-ਅਲੱਗ ਵੈਕਸੀਨ ਡਿਵੈਲਪ ਕਰਨੀਆਂ ਹੋਣਗੀਆਂ ਜਿਸ ਨਾਲ ਹਿਊਮਨ ਪੋਪੂਲੇਸ਼ਨ ਨੂੰ ਰੋਕਿਆ ਜਾ ਸਕੇ। ਹੁਣ ਇੱਥੇ ਅਸੀਂ ਵੈਕਸੀਨ ਦੀ ਗੱਲ ਕਰੀਏ ਤਾਂ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਵੈਕਸੀਨ ਵੀ ਲੋਕਾਂ ਦੀ ਜਾਨ ਲੈ ਸਕਦੀ ਹੈ? ਕਿਤੇ ਨਾ ਕਿਤੇ ਅਜਿਹਾ ਲੱਗ ਰਿਹਾ ਕਿ ਇਹ ਕਰੋਨਾ ਵਾਇਰਸ ਏਜੰਡਾ 21 ਦਾ ਹੀ ਹਿੱਸਾ ਹੈ। ਕਰੋਨਾ ਵਾਇਰਸ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਇਹ ਹਾਲਾਤ ਏਜੰਡਾ 21 ਅਤੇ ਡੀਪੋਪੂਲੇਸ਼ਨ ਦੇ ਨਾਲ ਮੇਲ ਖਾਂਦੇ ਨਜ਼ਰ ਆ ਰਹੇ ਨੇ, ਕਿਉਂਕਿ ਜਦੋਂ ਬਿਲ ਗੇਟਸ ਨੇ 2011 ਚ ਵੈਕਸੀਨ ਦਾ ਪ੍ਰਯੋਗ ਪੋਲੀਓ ਨਾਲ ਪੀੜਤ ਬੱਚਿਆਂ ਤੇ ਕੀਤਾ ਸੀ ਤਾਂ ਹਜ਼ਾਰਾਂ ਬੱਚਿਆਂ ਦੀ ਜਾਨ ਗਈ ਸੀ ਤੇ ਉਹੀ ਹਾਲਾਤ ਅੱਜ ਫਿਰ ਦੁਹਰਾਉਂਦੇ ਨਜ਼ਰ ਆ ਰਹੇ ਨੇ, ਕਿਉਂਕਿ ਅੱਜ ਵੀ ਵੈਕਸੀਨ ਦਾ ਅਸਰ ਲੋਕਾਂ ਤੇ ਨਹੀਂ ਹੋ ਰਿਹਾ, ਸਗੋਂ ਕਿ ਵੈਕਸੀਨ ਨਾਲ ਕੀਤੇ ਟੈਸਟ ਵੀ ਫੇਲ ਹੁੰਦੇ ਜਾ ਰਹੇ ਨੇ ਤੇ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ। ਇੰਡੀਆ ਦੇ ਵਿੱਚ ਹਜੇ ਕੰਟਰੋਲ ਵਿੱਚ ਹੈ ਕਰੋਨਾ ਵਾਇਰਸ ਸਿਰਫ ਲੋਕਡਾਊਨ ਦੀ ਵਜ੍ਹਾ ਨਾਲ, ਲੇਕਿਨ ਅਮਰੀਕਾ, ਚਾਈਨਾ, ਇਟਲੀ, ਸਪੇਨ, ਫਰਾਂਸ ਵਰਗੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਲਗਾਤਾਰ ਕਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਪਰ ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਵਾਇਰਸ ਉਹਨਾਂ ਲੋਕਾਂ ਨੂੰ ਹੀ ਮੌਤ ਦੇ ਘਾਟ ਉਤਾਰ ਰਿਹਾ ਹੈ ਜਾਂ ਫਿਰ ਉਹਨਾਂ ਲੋਕਾਂ ਤੇ ਅਸਰ ਜ਼ਿਆਦਾ ਦਿਖਾਈ ਦੇ ਰਿਹਾ ਜਿਨ੍ਹਾਂ ਦੀ ਜ਼ਰੂਰਤ ਵੱਡੇ ਲੋਕਾਂ ਨੂੰ ਨਹੀਂ ਹੈ, ਜਿਵੇਂ ਕਿ ਬਜ਼ੁਰਗ ਜਿਹੜੇ ਕਿ ਅੱਗੇ ਕੰਮ ਨਹੀਂ ਕਰ ਸਕਦੇ, ਜਿਹੜੇ ਕਿ ਪੈਨਸ਼ਨ ਲੈ ਰਹੇ ਨੇ। ਹੋ ਸਕਦਾ ਹੈ ਕਿ ਸ਼ਾਇਦ ਇਹ ਨਹੀਂ ਚਾਹੁੰਦੇ ਕਿ ਸਰਕਾਰਾਂ ਦਾ ਪੈਸਾ ਇਹਨਾਂ ਨੂੰ ਮਿਲੇ। ਆਖਰਕਾਰ ਨਤੀਜਾ ਇਹ ਲੱਗ ਰਿਹਾ ਹੈ ਕਿ ਇਹ ਕਰੋਨਾ ਵਾਇਰਸ ਮੈਨ-ਮੇਡ ਹੋ ਸਕਦਾ ਹੈ। ਜੇਕਰ ਹਲੇ ਵੀ ਤੁਹਾਡੇ ਮਨ 'ਚ ਇਸ ਖਬਰ ਨੂੰ ਲੈ ਕੇ ਕੋਈ ਸ਼ੰਕਾ ਹੈ ਤਾਂ ਤੁਸੀਂ ਇਹਨਾਂ ਲੋਕਾਂ ਦੇ ਬਿਆਨ ਸਰਚ ਕਰਕੇ ਦੇਖ ਸਕਦੇ ਹੋ ਕਿ ਇਹਨਾਂ ਨੇ ਆਪਣੀ ਇੰਟਰਵਿਊ ਵਿੱਚ ਡੀਪੋਪੂਲੇਸ਼ਨ ਨੂੰ ਲੈ ਕੇ ਕੀ ਬਿਆਨ ਦਿੱਤੇ ਸਨ। ਤੁਹਾਨੂੰ ਵੀ ਯਕੀਨ ਹੋ ਜਾਏਗਾ ਕਿ ਕਿਤੇ ਨਾ ਕਿਤੇ ਕਰੋਨਾ ਵਾਇਰਸ ਏਜੰਡਾ 21 ਅਤੇ ਡੀਪੋਪੂਲੇਸ਼ਨ ਦਾ ਹੀ ਹਿੱਸਾ ਹੈ। ਜੇਕਰ ਇਹ ਕਰੋਨਾ ਵਾਇਰਸ ਏਜੰਡਾ 21 ਜਾਂ ਡੀਪੋਪੂਲੇਸ਼ਨ ਦਾ ਹਿੱਸਾ ਹੋਇਆ ਤਾਂ ਇਹ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਵੈਕਸੀਨ ਲੋਕਾਂ ਲਈ ਸਹੀ ਸਾਬਿਤ ਹੋ ਸਕਦੀ ਹੈ ਜਾਂ ਹੋਰ ਲੋਕਾਂ ਦੀ ਜਾਨ ਲਵੇਗੀ। ਹੋ ਸਕਦਾ ਹੈ ਕਿ ਇਸ ਗੱਲ ਦਾ ਕਦੇ ਖੁਲਾਸਾ ਨਾ ਹੋ ਸਕੇ, ਕਿਉਂਕਿ ਇਹ ਲੋਕ ਕਦੇ ਵੀ ਨਹੀਂ ਚਾਹਣਗੇ ਕਿ ਇਸ ਗੱਲ ਦੀ ਭਣਕ ਵੀ ਕਿਸੇ ਨੂੰ ਲੱਗੇ। ਇੱਕ ਇਹੀ ਤਰੀਕਾ ਹੈ ਲੋਕਾਂ ਨੂੰ ਖਤਮ ਕਰਨ ਦਾ, ਕਿਉਂਕਿ ਜੇ ਸਿੱਧੇ ਤੌਰ ਤੇ ਲੋਕਾਂ ਨੂੰ ਮਾਰਿਆ ਗਿਆ ਤਾਂ ਬਹੁਤ ਸਾਰੇ ਹਿਊਮਨ ਰਾਈਟਸ ਅਤੇ ਵੱਡੀਆਂ ਆਰਗੇਨਾਈਜੇਸ਼ਨ ਵੀ ਸਵਾਲ ਖੜੇ ਕਰ ਸਕਦੀਆਂ ਨੇ। ਸੋ ਇਹਨਾਂ ਲੋਕਾਂ ਕੋਲ ਇਹੀ ਤਰੀਕਾ ਹੈ ਸਾਇਲੈਂਟ ਵੇ ਨਾਲ ਪੋਪੂਲੇਸ਼ਨ ਨੂੰ ਘੱਟ ਕਰਨ ਦਾ। ਇਸੇ ਲਈ ਕਰੋਨਾ ਵਾਇਰਸ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਬਿਊਰੋ ਰਿਪੋਰਟ, ਸਟਾਰ ਕੈਨੇਡਾ ਟੀਵੀ। For more information, subscribe the channel and press the bell icon.